ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣੇ ਚੈਨਲ YouTube ਫਾਰਮਰ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਅੱਜ ਆਪਾਂ ਗੱਲ ਕਰਾਂਗੇ ਥੋੜੀ ਜੀ ਕਿਸਾਨ ਬਿੱਲਾਂ ਬਾਰੇ। ਇਸ ਦੇ ਸੰਬੰਧਿਤ ਹਾਲੇ ਆਪਣੇ ਕਈ ਪੰਜਾਬ ਵਿੱਚ ਅਜਿਹੇ ਭਾਈਚਾਰੇ ਕਹਿ ਦਈਏ ਆਪਾਂ ਜਾਂ ਫਿਰ ਕੁਝ ਸਮੂਹ ਕਹਿ ਦਈਏ ਜਿਨ੍ਹਾਂ ਨੂੰ ਇਸ ਦੇ ਬਾਰੇ ਜਾਣਕਾਰੀ ਹੈ ਨਹੀਂ, ਤੇ ਉਹਨਾਂ ਦੇ ਸੰਬੰਧਿਤ ਅੱਜ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅਕਸਰ ਇਹ ਕਿਸਾਨ ਬਿੱਲ ਜਿਹੜੇ ਆਖਰ ਇਹਨਾਂ ਦਾ ਰੋਲ ਕੀ ਹੋਵੇਗਾ ਤੇ ਇਹਦੇ ਨਾਲ ਕਿਹੜਾ ਵਰਗ ਪ੍ਰਭਾਵਿਤ ਹੋਵੇਗਾ, ਉਹਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕੀ ਇਹ ਕੇਵਲ ਕਿਸਾਨੀ ਨੂੰ ਪ੍ਰਭਾਵਿਤ ਕਰਨਗੇ, ਕੇਵਲ ਕਿਸਾਨ ਹੀ ਪ੍ਰਭਾਵਿਤ ਹੋਣਗੇ ਜਾਂ ਫਿਰ ਪੰਜਾਬ ਦੇ ਹੋਰ ਕਿਹੜੇ ਵਰਗ ਨੇ ਜਿਹੜੇ ਕਿ ਮੋਦੀ ਸਰਕਾਰ ਦੇ ਪੰਜੇ ਦੇ ਥੱਲੇ ਆ ਜਾਣਗੇ। ਪਹਿਲਾਂ ਗੱਲ ਕਰ ਲੈਂਦੇ ਆਪਾਂ ਕਿਸਾਨੀ ਦੀ, ਵੀ ਕਿਸਾਨੀ ਦੇ ਕੀ ਪ੍ਰਭਾਵ ਪਵੇਗਾ। ਕਿਸਾਨੀ ਇਸ ਬਿੱਲਾਂ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਇੱਕ ਦੇਸ਼ ਇੱਕ ਮੰਡੀ ਵਾਲਾ ਸਿਸਟਮ ਜਿਹੜਾ ਇਹ ਸਰਕਾਰ ਮੋਦੀ ਦੀ ਉਹ ਲਾਗੂ ਕਰਨ ਜਾ ਰਹੀ ਹੈ, ਤੇ ਉਹ ਕਹਿ ਰਹੇ ਨੇ ਵੀ ਇੱਕ ਕਿਸਾਨ ਆਪਣੀ ਫਸਲ ਨੂੰ ਕਿਤੇ ਵੀ ਜਾ ਕੇ ਵੇਚ ਸਕਦਾ ਹੈ। ਮਤਲਬ ਕੋਈ MSP ਨਹੀਂ ਹੋਵੇਗੀ, ਘੱਟੋ ਘੱਟ ਸਮਰਥਨ ਮੁੱਲ ਆ ਜਿਹੜਾ ਕੋਈ ਨਹੀਂ ਹੋਵੇਗਾ। ਉਹਨਾਂ ਨੇ ਇਹ ਨਹੀਂ ਕਿਹਾ ਕਿ ਘੱਟੋ ਘੱਟ ਸਮਰਥਨ ਮੁੱਲ ਜਾਰੀ ਰਹੇਗਾ ਜਾਂ ਫਿਰ ਖ਼ਤਮ ਕਰ ਦਿੱਤਾ ਜਾਵੇਗਾ। ਇਸ ਦੇ ਸੰਬੰਧਿਤ ਕੋਈ ਵੀ ਉਹਨਾਂ ਨੇ ਵਿਚਾਰ ਖੁੱਲ੍ਹ ਕੇ ਪੇਸ਼ ਨਹੀਂ ਕੀਤੇ, ਕਿਉਂਕਿ ਜੇਕਰ ਉਹ ਸਾਫ਼ ਕਹਿ ਦਿੰਦੇ ਨੇ ਕਿ MSP ਖ਼ਤਮ ਹੋਵੇਗੀ ਤਾਂ ਉਹ ਪੂਰੀ ਤਰ੍ਹਾਂ ਗਲਤ ਸਾਬਤ ਹੋ ਜਾਂਦੇ ਨੇ, ਤੇ ਉਹ ਆਪਣੇ ਆਪ ਨੂੰ ਸਹੀ ਵੀ ਰੱਖਣਾ ਚਾਹੁੰਦੇ ਨੇ ਤੇ ਨਾਲ ਆਪਣੇ ਬਿੱਲ ਲਾਗੂ ਕਰਕੇ ਪੰਜਾਬ ਨੂੰ ਆਪਣੇ ਪੰਜੇ ਹੇਠ ਵੀ ਲੈਣਾ ਚਾਹੁੰਦੇ ਨੇ। ਪੰਜਾਬ ਤੇ ਹਰਿਆਣਾ ਕੇਵਲ ਅਜਿਹੇ ਦੋ ਹੀ ਸੂਬੇ ਹਨ ਇਸ ਵੇਲੇ ਭਾਰਤ ਵਿੱਚ ਜਿਹੜੇ ਕਿ ਅੱਧੇ ਤੋਂ ਜ਼ਿਆਦਾ ਭਾਰਤ ਦਾ ਢਿੱਡ ਭਰਦੇ ਨੇ ਅਨਾਜ ਪੈਦਾ ਕਰਕੇ। ਤੇ ਜਦੋਂ ਹਰੀ ਕ੍ਰਾਂਤੀ ਦੀ ਲੋੜ ਸੀ ਤਾਂ ਉਦੋਂ ਭਾਰਤ ਹਰਿਆਣਾ ਤੇ ਪੰਜਾਬ ਦੇ ਉੱਪਰ ਹੀ ਨਿਰਭਰ ਹੋਇਆ ਸੀ ਪੂਰੀ ਤਰ੍ਹਾਂ, ਤੇ ਪੰਜਾਬ ਹਰਿਆਣੇ ਨੇ ਹੀ ਇੰਨਾ ਅਨਾਜ ਪੈਦਾ ਕੀਤਾ ਕਿ ਪੂਰੇ ਭਾਰਤ ਦਾ ਢਿੱਡ ਭਰ ਸਕਿਆ। ਨਹੀਂ ਹੁਣ ਤੱਕ ਭੁੱਖਮਰੀ ਦੇ ਇੰਨੇ ਹਾਲਾਤ ਮਾੜੇ ਹੋ ਜਾਣੇ ਸੀ ਕਿ ਆਏ ਦਿਨ ਹੀ ਭੁੱਖਮਰੀ ਦੇ ਕਾਰਨ ਵੱਡੀ ਗਿਣਤੀ ਵਿੱਚ ਮੌਤਾਂ ਦੇਖਣ ਨੂੰ ਮਿਲਿਆ ਕਰਨੀਆਂ ਸੀ। ਤੇ ਹੁਣ ਉਹਨਾਂ ਨੇ ਇਹ ਬਿੱਲ ਪੇਸ਼ ਕੀਤੇ ਨੇ ਕਿ ਜਿਹੜੇ ਪ੍ਰਾਈਵੇਟ ਅਦਾਰੇ ਆਉਣਗੇ, ਪੂੰਜੀਪਤੀ ਵਰਗ ਆਊਗਾ ਜਿਹੜਾ ਵੱਡੇ ਵਰਗ ਨੇ, ਤਾਂ ਉਹ ਕਿਸਾਨਾਂ ਦੀਆਂ ਫਸਲਾਂ ਖਰੀਦਿਆ ਕਰਨਗੇ। ਕੋਈ ਮੰਡੀ ਸਿਸਟਮ ਨਹੀਂ ਹੋਵੇਗਾ। ਮੰਡੀ ਵਿੱਚ ਜੋ ਆੜ੍ਹਤੀ ਨੇ ਉਹ ਵਿਹਲੇ ਹੋਣਗੇ। ਜੋ ਮੰਡੀਆਂ ਵਿੱਚ ਲੇਬਰ ਮਜ਼ਦੂਰ ਕੰਮ ਕਰਦੇ ਨੇ, ਉਹ ਚਾਹੇ ਪੰਜਾਬ ਦੇ ਨੇ ਚਾਹੇ ਬਾਹਰਲੇ, ਉਹ ਸਭ ਵਿਹਲੇ ਹੋ ਜਾਣਗੇ, ਬੇਰੁਜ਼ਗਾਰ ਹੋ ਜਾਣਗੇ, ਉਹਨਾਂ ਦਾ ਘਰ ਨਹੀਂ ਚੱਲੇਗਾ। ਤੇ ਜੋ ਫਸਲਾਂ ਨੇ ਉਹ ਦੋ ਤਰੀਕਿਆਂ ਨਾਲ ਖਰੀਦੀਆਂ ਜਾਣਗੀਆਂ। ਇੱਕ ਤਾਂ ਹੋਵੇਗੀ ਕੰਟਰੈਕਟ ਬੇਸ ਤੇ ਇੱਕ ਹੋਵੇਗੀ ਕਿਸਾਨ ਆਪ ਉਗਾਵੇਗਾ, ਤੇ ਉਹ ਮੰਡੀਆਂ ਵਾਂਗੂ ਹੀ ਪ੍ਰਾਈਵੇਟ ਖਰੀਦੇ ਕਰਨਗੇ ਜਿਹੜੇ ਪੂੰਜੀਪਤੀ ਵਰਗ ਹੋਣਗੇ। ਤੇ ਪਹਿਲਾਂ ਕੰਟਰੈਕਟ ਬੇਸ 'ਤੇ ਦੇਖੀਏ ਤਾਂ ਕੰਟਰੈਕਟ ਬੇਸ 'ਤੇ ਹੋਵੇਗਾ ਵੀ ਕੋਈ ਵੱਡੀਆਂ ਕੰਪਨੀਆਂ ਹੋਣਗੀਆਂ, ਉਹ ਕਿਸਾਨ ਨਾਲ ਕੰਟੈਕਟ ਕਰਨੀਆਂ ਕਿ ਤੂੰ ਆਹ ਫਸਲ ਬੀਜਣੀ ਆ, ਤੇ ਇਹਦੇ ਲਈ ਬੀਜ ਵੀ ਉਹ ਆਪ ਮੁਹੱਈਆ ਕਰਵਾਉਣਗੀਆਂ, ਸਪਰੇਹਾਂ ਖਾਦ ਪਾਣੀ ਸਭ ਆਪ ਦੇਣਗੀਆਂ। ਕਿਸਾਨ ਮਤਲਬ ਇੱਕ ਤਰ੍ਹਾਂ ਖੇਤ ਵਿੱਚ ਕੰਮ ਕਰਨ ਜੋਗਾ ਰਹਿ ਜਾਊਗਾ, ਤੇ ਉਹ ਜਿਹੜਾ ਉਹਨਾਂ ਨੇ ਪਹਿਲਾਂ ਹੀ ਮੁੱਲ ਨਿਰਧਾਰਿਤ ਕਰ ਦੇਣਾ ਵੀ ਇੰਨੇ ਮੁੱਲ ਨੂੰ ਅਸੀਂ ਇਹ ਫਸਲ ਲੈ ਕੇ ਜਾਣੀ ਹੈ, ਤੇ ਸਪਰੇਹਾਂ ਖਾਦ ਬੀਜੋ ਸਭ ਕੰਪਨੀ ਦੇ ਕੇ ਜਾਊਗੀ। ਉਹ ਹੋ ਜਾਂਦੀ ਹੈ ਕੰਟਰੈਕਟ ਬੇਸ 'ਤੇ। ਤੇ ਦੂਜੀ ਹੋ ਜਾਂਦੀ ਹੈ ਕਿ ਕਿਸਾਨ ਫਸਲ ਆਪ ਬੀਜੇਗਾ, ਆਪ ਉਗਾਵੇਗਾ, ਤੇ ਉਹਨੂੰ ਉਸ ਜਗ੍ਹਾ 'ਤੇ ਲੈ ਕੇ ਜਾਵੇਗਾ ਜਿੱਥੇ ਉਹਦੀ ਫਸਲ ਵਿਕੇਗੀ, ਤੇ ਉੱਥੋਂ ਪ੍ਰਾਈਵੇਟ ਅਦਾਰੇ ਆਪਣੀ ਮਰਜ਼ੀ ਦੇ ਮੁੱਲ ਦੇ ਉੱਪਰ ਉਸ ਨੂੰ ਖਰੀਦ ਕਰਨਗੇ। ਜਿਵੇਂ ਕਿ ਹੁਣ ਆਪਾਂ ਗੱਲ ਉਦਾਹਰਨ ਲੈ ਸਕਦੇ ਹਾਂ ਮੱਕੀ ਦੀ। ਮੱਕੀ ਦਾ ਜਿਹੜਾ MSP ਆ ਉਹ ਲਗਭਗ 1800 ਤੋਂ ਕੁਛ ਜ਼ਿਆਦਾ ਨਿਸ਼ਚਿਤ ਕੀਤਾ ਹੋਇਆ, ਪਰੰਤੂ ਮੱਕੀ ਵਿਕਦੀ ਕੀ ਭਾਅ ਹੈ। ਇਸ ਸਾਲ ਮੱਕੀ 800-1000 ਰੁਪਏ ਨੂੰ ਵਿਕੀ ਹੈ, ਤੇ ਉਹਦਾ ਕੋਈ ਭਾਅ ਨਹੀਂ। ਸਿੱਧਾ ਹੀ ਇਸ ਦੇ ਨਾਲ ਕਿਸਾਨਾਂ ਨੂੰ 800 ਤੋਂ ਲੈ ਕੇ 900-1000 ਰੁਪਏ ਦਾ ਘਾਟਾ ਪ੍ਰਤੀ ਕੁਆਂਟਲ ਮਗਰ ਪਿਆ ਹੈ। ਤੇ ਨਾਲ ਜੇਕਰ ਬਿਹਾਰ ਵੱਲ ਗੱਲ ਕਰੀਏ ਤਾਂ ਉੱਥੇ ਮੱਕੀ 500-600 ਰੁਪਏ ਪ੍ਰਤੀ ਕੁਆਂਟਲ ਵਿਕ ਰਹੀ ਹੈ, ਜਿੱਥੇ ਕਿ ਇਹ ਸਿਸਟਮ ਜਿਹੜਾ ਪਹਿਲਾਂ ਹੀ ਲਾਗੂ ਹੋ ਚੁੱਕਿਆ। ਉੱਥੇ ਮੰਡੀਆਂ ਪੂਰੀ ਤਰ੍ਹਾਂ ਬੰਦ ਹੋ ਚੁੱਕੀਆਂ ਨੇ, ਸਰਕਾਰੀ ਖਰੀਦ ਨਹੀਂ ਹੋ ਰਹੀ। ਤੇ ਹੁਣ ਗੱਲ ਕਰ ਲੈਂਦੇ ਹਾਂ ਵੀ ਆਮ ਜਨਤਾ ਜਿਹੜੀ ਕਿਸਾਨ ਵਰਗ ਤੋਂ ਦੂਜੇ ਵਰਗ ਦੀ ਗੱਲ ਕਰੀਏ, ਕੋਈ ਵੀ ਹੋਰ ਹਰ ਵਰਗ ਆ ਜਿਹੜਾ, ਚਾਹੇ ਉਹ ਪਿੰਡਾਂ ਦਾ ਆਪਾਂ ਕਹਿ ਲਈਏ, ਗਰੀਬ ਵਰਗ ਕਹਿ ਲਈਏ, ਕੋਈ ਵੀ ਵਰਗ ਤਾਂ ਉਹਦੇ ਉੱਪਰ ਕੀ ਪ੍ਰਭਾਵ ਪਵੇਗਾ। ਤੇ ਜੇ ਹੁਣ ਆਪਾਂ ਸਿੱਧੀ ਗੱਲ ਕਰੀਏ, ਕਿਸਾਨਾਂ ਤੋਂ ਮੰਨ ਲਓ ਕਣਕ 1000 ਰੁਪਏ ਪ੍ਰਤੀ ਕੁਆਂਟਲ ਖਰੀਦਦੇ ਨੇ ਪ੍ਰਾਈਵੇਟ ਅਦਾਰੇ, ਤਾਂ ਉਹਨਾਂ ਨੇ 1000 ਰੁਪਏ ਨੂੰ ਲੈ ਕੇ ਸਟੋਰ ਕਰ ਲੈਣੀਆਂ। ਤੇ ਇਹ ਬਿੱਲ ਵਿੱਚ ਇਹ ਵੀ ਦਿੱਤਾ ਗਿਆ ਹੈ ਕਿ ਕੋਈ ਵੀ ਪ੍ਰਾਈਵੇਟ ਅਦਾਰਾ ਹੋਵੇ ਜਾਂ ਕੋਈ ਵੀ ਜਿਹੜਾ ਖਰੀਦਦਾ ਫਸਲ ਨੂੰ, ਤਾਂ ਉਹ ਜਿੰਨੀ ਮਰਜ਼ੀ ਸਟੋਰ ਕਰ ਸਕਦਾ, ਕਿਉਂਕਿ ਪਹਿਲਾਂ ਇੱਕ ਲਿਮਟ ਬਣੀ ਹੋਈ ਸੀ ਤਾਂ ਹੁਣ ਉਹ ਲਿਮਟ ਖ਼ਤਮ ਕਰ ਦਿੱਤੀ ਹੈ, ਤੇ ਜਿੰਨਾ ਮਰਜ਼ੀ ਵੀ ਸਟੋਰ ਕਰਕੇ ਰੱਖ ਸਕਦੇ ਨੇ। ਉਹ ਚਾਹੁਣ ਤਾਂ ਸਾਰੀ ਦੀ ਸਾਰੀ ਫਸਲ ਪੂਰੇ ਪੰਜਾਬ ਹਰਿਆਣੇ ਦੀ ਖਰੀਦ ਕੇ ਸਟੋਰ ਕਰ ਲੈਣ, ਉਹਨਾਂ ਦੇ ਉੱਪਰ ਕੋਈ ਰੋਕ ਨਹੀਂ ਹੋਵੇਗੀ। ਤੇ ਉਹਨਾਂ ਨੇ ਇਹ ਸਟੋਰ ਕਰਨ ਵਾਲਾ ਜਿਹੜਾ ਸਿਸਟਮ ਲਾਗੂ ਕੀਤਾ, ਉਹਦੇ ਵਿੱਚ ਕਿਸਾਨਾਂ ਨੂੰ
ਇੱਕ ਹਥਿਆਰ ਵਜੋਂ ਵਰਤਿਆ। ਉਹਨਾਂ ਨੇ ਕਿਹਾ ਹੈ ਵੀ ਕਿਸਾਨ ਜਿੰਨੀ ਮਰਜ਼ੀ ਸਟੋਰ ਕਰ ਲਵੇ ਫਸਲ, ਕਿਉਂਕਿ ਉਹਨਾਂ ਨੂੰ ਪਤਾ ਕਿਸਾਨ ਫਸਲ ਸਟੋਰ ਨਹੀਂ ਕਰਦਾ ਹੈ। ਕਿਸਾਨ ਦੇ ਨਾਮ 'ਤੇ ਜਿਹੜੇ ਪ੍ਰਾਈਵੇਟ ਅਦਾਰੇ ਹੋਣਗੇ, ਪੂੰਜੀਪਤੀ ਵਰਗ, ਉਹ ਫਸਲਾਂ ਨੂੰ ਸਟੋਰ ਕਰੇਗਾ ਅਤੇ ਉਹਨਾਂ ਨੂੰ ਫਸਲਾਂ ਨੂੰ ਜਮ੍ਹਾਂ ਰੱਖ ਲਵੇਗਾ। ਅਤੇ ਜਦੋਂ ਫਸਲ ਦੀ ਉਹ ਚੀਜ਼ ਦੀ ਘਾਟ ਆ ਜਾਏਗੀ, ਚਾਹੇ ਚੌਲ ਹੋਣ, ਚਾਹੇ ਕਣਕ ਹੋਵੇ ਜਾਂ ਕੋਈ ਹੋਰ ਸਬਜ਼ੀ ਹੋਵੇ, ਜਦੋਂ ਉਹਦੀ ਬਾਜ਼ਾਰ ਵਿੱਚ ਮੰਗ ਵੱਧ ਜਾਵੇਗੀ ਅਤੇ ਆਪ ਜਿਹੜੀ ਖਪਤ ਆ ਉਹ ਵੱਧ ਜਾਵੇਗੀ, ਤਾਂ ਉਦੋਂ ਉਹ ਵਰਗ ਹੋਊਗਾ ਜਿਹੜਾ ਵਪਾਰੀ ਵਰਗ, ਉਹ ਫਸਲ ਨੂੰ ਮਾਰਕੀਟ ਵਿੱਚ ਲੈ ਵੇਚੇਗਾ ਅਤੇ ਉਹ ਆਪਣੇ ਮਨ ਮਰਜ਼ੀ ਦੇ ਭਾਅ ਉੱਪਰ ਵੇਚੇਗਾ। ਉਦਾਹਰਨ ਵਜੋਂ ਉਹਨਾਂ ਨੇ ਕਣਕ 1000 ਰੁਪਏ ਕੁਆਂਟਲ ਦੇ ਖਰੀਦ ਲਈ ਸੀ, ਤਾਂ ਜਦੋਂ ਸਟੋਰ 'ਚੋਂ ਕੱਢ ਕੇ ਵੇਚਣਗੇ ਤਾਂ ਉਹ 2000, 2500, ਹੋ ਸਕਦਾ 3000 ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵੇਚਣਗੇ, ਅਤੇ ਜਿਹੜੀ ਕਿ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ। ਅਤੇ ਹੁਣ ਜਿਹੜੇ ਪੰਜਾਬ ਸਰਕਾਰ ਵੱਲੋਂ ਗੱਲ ਕਰਦੇ ਹਾਂ ਵੀ ਜਿਹੜੀ ਆਟਾ ਦਾਲ ਸਕੀਮ ਚੱਲ ਰਹੀ ਹੈ, ਜਿਹੜੀ ਕਿ ਕਾਫੀ ਘੱਟ ਰੇਟ ਉੱਪਰ ਗਰੀਬ ਵਰਗ ਨੂੰ ਮੁਹੱਈਆ ਕਰਵਾਈ ਜਾਂਦੀ ਹੈ, ਉਹਦੇ ਉੱਪਰ ਕੀ ਪ੍ਰਭਾਵ ਪਵੇਗਾ। ਹੁਣ ਪੰਜਾਬ ਸਰਕਾਰੀ ਖਰੀਦ ਕਰਦੀ ਹੈ ਅਤੇ ਉਹਦੇ ਵਿੱਚੋਂ ਹੀ ਕੋਟਾ ਜਮ੍ਹਾਂ ਕਰਦੀ ਹੈ, ਜਿਹੜਾ ਕਿ ਇਸ ਗਰੀਬ ਵਰਗ ਨੂੰ ਵੰਡਿਆ ਜਾਂਦਾ ਹੈ। ਅਤੇ ਜਦੋਂ ਪੰਜਾਬ ਵਿੱਚ ਸਰਕਾਰੀ ਖਰੀਦ ਹੀ ਨਹੀਂ ਹੋਵੇਗੀ ਤਾਂ ਸਰਕਾਰ ਇਹ ਕੋਟਾ ਵੰਡੇਗੀ ਕਿਵੇਂ। ਸਿੱਧੇ ਤੌਰ 'ਤੇ ਸਭ ਤੋਂ ਪਹਿਲਾਂ ਪ੍ਰਭਾਵ ਇਹੀ ਪਵੇਗਾ ਕਿ ਜੋ ਆਟਾ ਦਾਲ ਸਕੀਮ ਚੱਲ ਰਹੀ ਹੈ ਉਹ ਪੂਰੀ ਤਰ੍ਹਾਂ ਇੱਕਦਮ ਹੀ ਬੰਦ ਹੋ ਜਾਣੀ ਹੈ ਜਦੋਂ ਇਹ ਬਿੱਲ ਹੋਂਦ ਵਿੱਚ ਆ ਗਏ, ਭਾਵ ਕਿ ਜਦੋਂ ਪੂਰੀ ਤਰ੍ਹਾਂ ਲਾਗੂ ਹੋ ਗਏ, ਕਿਉਂਕਿ ਇਹਦਾ ਸਿੱਧਾ ਮਤਲਬ ਹੈ ਜਦੋਂ ਸਰਕਾਰ ਖਰੀਦ ਹੀ ਨਹੀਂ ਕਰੇਗੀ ਤਾਂ ਸਰਕਾਰ ਆਪਣੇ ਕੋਟੇ ਵਿੱਚੋਂ ਆਟਾ ਦਾਲ ਸਕੀਮ ਦੇ ਲਈ ਇਹ ਆਟਾ ਦਾਲ ਕਿਵੇਂ ਵੰਡੇਗੀ ਗਰੀਬ ਵਰਗ ਨੂੰ। ਸੋ ਇਹ ਵਰਗ ਦਾ ਜਿਹੜਾ ਆਟਾ ਦਾਲ ਸਕੀਮ ਵਾਲਾ ਜਿਹੜਾ ਸਿਸਟਮ ਆ ਉਹ ਪੂਰੀ ਤਰ੍ਹਾਂ ਬੰਦ ਹੋ ਜਾਣਾ ਹੈ। ਕੋਈ ਸਸਤੀ ਦਾਲ ਨਹੀਂ ਮਿਲੇਗੀ, ਕੋਈ ਸਸਤਾ ਆਟਾ ਨਹੀਂ ਮਿਲੇਗਾ, ਅਤੇ ਜੋ ਵੀ ਪ੍ਰਾਈਵੇਟ ਅਦਾਰੇ ਆਪਣੇ ਮਨਮਰਜ਼ੀ ਦੇ ਵੇਚਣਗੇ, 20 ਰੁਪਏ, 50, 100 ਰੁਪਏ ਕਿੱਲੋ, ਜਿੰਨਾ ਵੀ ਉਹਨਾਂ ਦਾ ਰੇਟ ਨਿਰਧਾਰਿਤ ਹੋਵੇਗਾ ਉਸ 'ਤੇ ਹੀ ਖਰੀਦਣਾ ਪਵੇਗਾ। ਉਹ ਚਾਹੇ ਕੋਈ ਸ਼ਹਿਰ ਦਾ ਵਿਅਕਤੀ ਹੋਵੇ, ਚਾਹੇ ਕਿਸਾਨ ਹੋਵੇ, ਜਾਂ ਫਿਰ ਕੋਈ ਗਰੀਬ ਵਰਗ ਹੋਵੇ, ਪਿੰਡਾਂ ਦਾ ਮਜ਼ਦੂਰ, ਭਾਅ ਸਭ ਲਈ ਇੱਕ ਹੋ ਜਾਵੇਗਾ, ਕਿਸੇ ਨੂੰ ਕੋਈ ਸਸਤਾ ਦਾਲ ਆਟਾ ਨਹੀਂ ਮਿਲੇਗਾ। ਅਤੇ ਹੁਣ ਗੱਲ ਕਰ ਲੈਂਦੇ ਹਾਂ ਵੀ ਵਪਾਰੀ ਵਰਗ 'ਤੇ ਕੀ ਪ੍ਰਭਾਵ ਪਵੇਗਾ। ਅਤੇ ਹੁਣ ਜਿਵੇਂ ਕਿਸਾਨ ਸਬਜ਼ੀਆਂ ਵੇਚਦੇ ਨੇ ਤਾਂ ਉਹ ਵਪਾਰੀ ਖਰੀਦਦੇ ਨੇ ਅਤੇ ਅੱਗੇ ਵੱਖ-ਵੱਖ ਮੰਡੀਆਂ ਵਿੱਚ ਸਪਲਾਈ ਕਰਦੇ ਨੇ, ਉਸ ਦੇ ਨਾਲ ਵਪਾਰੀਆਂ ਦਾ ਰੁਜ਼ਗਾਰ ਚੱਲਦਾ ਹੈ। ਅਤੇ ਹੁਣ ਜਿਹੜਾ ਸਿਸਟਮ ਇਹ ਲਾਗੂ ਹੋ ਜਾਵੇਗਾ, ਉਸ ਦੇ ਨਾਲ ਜੋ ਵੱਡੀਆਂ ਪੂੰਜੀਪਤੀ ਵਰਗ ਨੇ, ਕੰਪਨੀਆਂ ਆਉਣਗੀਆਂ, ਉਹ ਡਾਇਰੈਕਟ ਕਿਸਾਨ ਤੋਂ ਸਬਜ਼ੀਆਂ ਦਾਲਾਂ ਜੋ ਵੀ ਖਰੀਦਣਗੇ ਅਤੇ ਡਾਇਰੈਕਟ ਹੀ ਵੇਚਣਗੇ। ਆਪਣੀਆਂ ਉਹਨਾਂ ਦੀਆਂ ਦੁਕਾਨਾਂ ਹੋਣਗੀਆਂ, ਉਹਨਾਂ ਦੇ ਵਿੱਚ ਵੇਚਣਗੇ। ਜਿਹੜਾ ਵਪਾਰੀ ਵਰਗ ਆ, ਮੱਧਮ ਵਪਾਰੀ ਆ ਵਰਗ ਦਾ, ਉਹ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਕੁਝ ਹੀ ਮਹੀਨਿਆਂ ਦੇ ਵਿੱਚ, ਕਿਉਂਕਿ ਉਹਦੀ ਕੋਈ ਆਮਦਨ ਦਾ ਜ਼ਰੀਆ ਨਹੀਂ ਹੋਵੇਗਾ। ਵਪਾਰੀਆਂ ਦੀਆਂ ਦੁਕਾਨਾਂ ਠੱਪ ਹੋ ਜਾਣਗੀਆਂ। ਸਾਰਾ ਕੁਝ ਹੈ ਜਿਹੜਾ ਔਨਲਾਈਨ ਸਿਸਟਮ ਸ਼ੁਰੂ ਕਰਨ ਦੀ ਤਿਆਰੀ ਵਿੱਚ ਨੇ, ਜਿਵੇਂ ਕਿ ਜੀਓ ਨੇ ਸ਼ੁਰੂ ਕੀਤਾ ਹੈ, ਜੀਓ ਮਾਰਟ ਔਨਲਾਈਨ, ਜਿਹੜਾ ਉੱਥੇ ਸਭ ਕੁਝ ਦਾਲਾਂ ਸਬਜ਼ੀਆਂ ਸਭ ਕੁਝ ਮਿਲਦਾ। ਤਾਂ ਅਜਿਹੀਆਂ ਹੀ ਔਨਲਾਈਨ ਸਟੋਰ ਖੁੱਲ੍ਹਣਗੇ, ਉਹਨਾਂ ਦੇ ਵਿੱਚ ਹੀ ਕੰਪਨੀਆਂ ਡਾਇਰੈਕਟ ਆਪਣੀ ਸੇਲ ਕਰਨਗੀਆਂ ਅਤੇ ਜਿਹੜਾ ਵਪਾਰੀ ਵਰਗ ਉਹ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਸੋ ਇੱਥੋਂ ਆਪਾਂ ਦੇਖ ਸਕਦੇ ਹਾਂ ਕਿ ਕਿਸਾਨੀ ਤੋਂ ਲੈ ਕੇ ਮਜ਼ਦੂਰ ਹੋ ਗਿਆ, ਗਰੀਬ ਵਰਗ ਹੋ ਗਿਆ, ਮੱਧਮ ਵਰਗ, ਵਪਾਰੀ ਵਰਗ, ਇਹ ਸਾਰੇ ਵਰਗ ਨੇ ਪੂਰੀ ਤਰ੍ਹਾਂ ਆਉਣ ਵਾਲੇ ਲਗਭਗ 1 ਤੋਂ 2 ਸਾਲ ਦੇ ਵਿੱਚ ਹੀ ਪੂਰੀ ਤਰ੍ਹਾਂ ਖਤਮ ਹੋ ਜਾਣਗੇ। ਅਤੇ ਮਹਿੰਗਾਈ ਦਾ ਦੌਰ ਇੰਨਾ ਜ਼ਿਆਦਾ ਵੱਧ ਜੂ ਕਿ ਆਮ ਵਿਅਕਤੀ ਲਈ ਦਾਲ, ਚੌਲ, ਆਟਾ ਖਰੀਦਣਾ ਵੀ ਵੱਸ ਤੋਂ ਬਾਹਰ ਹੋ ਜਾਵੇਗਾ। ਅਤੇ ਜੋ ਭਾਰਤ ਦੇਸ਼ ਹੈ, ਜਿਹਦੇ ਵਿੱਚ ਪੰਜਾਬ, ਹਰਿਆਣਾ ਵੀ ਆਉਂਦੇ ਹਨ, ਇਹ ਇਹਨਾਂ ਪੂੰਜੀਪਤੀਆਂ ਦੇ ਹੱਥਾਂ ਦੀ ਇੱਕ ਕਠਪੁਤਲੀ ਬਣ ਜਾਵੇਗਾ ਅਤੇ ਜੋ ਵੀ ਉਹ ਕਹਿਣਗੇ ਫਿਰ ਉਹ ਕਰਨਾ ਪਵੇਗਾ। ਇੱਕ ਤਰ੍ਹਾਂ ਗੁਲਾਮ ਹੋਣ ਵਾਲੀ ਗੱਲ ਹੀ ਆਪਾਂ ਇਹਨੂੰ ਕਹਿ ਸਕਦੇ ਹਾਂ। ਸੋ ਇਸੇ ਗੱਲਾਂ ਕਰਕੇ ਇਸ ਦਾ ਵਿਰੋਧ ਹੋ ਰਿਹਾ। ਇਹ ਨਾ ਸਮਝਿਆ ਜਾਵੇ ਕਿ ਇਹ ਕਾਨੂੰਨ ਨੇ ਕੇਵਲ ਇਹ ਕਿਸਾਨਾਂ ਨੂੰ ਹੀ ਅਫੈਕਟ ਕਰਨਗੇ, ਕਿਸਾਨਾਂ 'ਤੇ ਹੀ ਬੁਰਾ ਪ੍ਰਭਾਵ ਪਵੇਗਾ। ਹਰ ਵਰਗ ਪੰਜਾਬ ਦਾ ਇਹਦੇ ਨਾਲ ਪ੍ਰਭਾਵਿਤ ਹੋਵੇਗਾ। ਜੋ ਬਹੁਤ ਵੱਡੇ ਘਰਾਣੇ ਨੇ ਉਹਨਾਂ ਉੱਪਰ ਇਸ ਦਾ ਅਸਰ ਘੱਟ ਪਵੇਗਾ। ਮੱਧਮ ਵਰਗ ਹੋ ਗਿਆ, ਮਜ਼ਦੂਰ ਹੋ ਗਿਆ, ਕਿਸਾਨ, ਵਪਾਰੀ ਵਰਗ, ਗਰੀਬ ਵਰਗ, ਇਹ ਸਾਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਜਾ ਰਿਹਾ ਅਤੇ ਆਉਣ ਵਾਲੇ 1-2 ਸਾਲਾਂ ਵਿੱਚ ਹੀ ਇਹ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਸੋ ਇਸੇ ਕਰਕੇ ਪੰਜਾਬ ਵਿੱਚ ਹੁਣ ਇਸ ਦਾ ਵਿਰੋਧ ਆ ਜਿਹੜਾ ਵੱਡੇ ਪੱਧਰ ਉੱਪਰ ਸ਼ੁਰੂ ਹੋ ਗਿਆ। ਸੋ ਆਪਾਂ ਸਭ ਨੂੰ ਇਸ ਦਾ ਸਾਥ ਦੇਣਾ ਚਾਹੀਦਾ ਹੈ, ਚਾਹੇ ਆਪਾਂ ਕਿਸੇ ਵੀ ਵਰਗ ਤੋਂ ਸੰਬੰਧ ਰੱਖਦੇ ਹੋਈਏ, ਕਿਸਾਨ ਵਰਗ, ਵਪਾਰੀ ਵਰਗ, ਮਜ਼ਦੂਰ ਵਰਗ ਹੋਵੇ, ਕੋਈ ਵੀ ਹੋਵੇ, ਆਪਾਂ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਤਾਂ ਜੋ ਆਪਾਂ ਆਉਣ ਵਾਲੇ ਸਮੇਂ ਵਿੱਚ ਇਹਨਾਂ ਪੂੰਜੀਪਤੀਆਂ ਦੀ ਗੁਲਾਮ ਨਾ ਬਣ ਸਕੀਏ। ਉਮੀਦ ਹੈ ਤੁਹਾਨੂੰ ਜਾਣਕਾਰੀ ਸਪਸ਼ਟ ਅਤੇ ਚੰਗੀ ਸਮਝ ਆ ਗਈ ਹੋਵੇਗੀ ਅਤੇ ਹੁਣ ਇਜਾਜ਼ਤ ਦਿਓ। ਧੰਨਵਾਦ ਜੀ।